क्योंकि इस इलाके दे विच एक ज्वैलरी शॉप ते हंगामा होया ते ऐसी पंचायत हुई है, लेकिन जे सोना प्योर ना होए ते फायदा होने की बजाय हो जाता है नुकसान। कई लोग की करते हैं 3% GST बचावन के चक्कर कुछ दुकानदार कुछ ग्राहक बाद आपदा ग्राहक बहुत बड़ा नुकसान कर लेंदा है। 10-20% दा नाम दा कोई सोना नहीं होंदा, कोई भी सरकार तू पास नहीं है। सिर्फ ਜਿਹੜਾ ਪਹਿਲਾਂ ਅਸੀਂ ਵੇ ਸੁਣਦੇ ਆਏ ਅੱਜ ਤੱਕ ਵੀ ਇਹ 22 ਕੈਰੇਟ ਹੈ 23 ਕੈਰੇਟ ਹੈ 24 ਕੈਰੇਟ ਕੀ ਫਿਰ ਲੋਕੀ ਨੂੰ ਪਾਗਲ ਬਣਾਉਂਦੇ ਸੀ। बिल्कुल जी गलत सी, बिल्कुल गलत सी। ਇਹਦੇ ਚ मैं सरकार दा केंद्र सरकार दा ते राज्य सरकार दा बहुत बहुत धन्यवाद करना जिन्हां ने मजदूरां वास्ते सारे वास्ते छोटा वर्ग होवे मध्यम वर्ग होवे वड्डा वर्ग होवे सारे वास्ते हॉलमार्क जरूरी कर दिता है। तुसी हॉलमार्क दा सोना खरीदो कुछ केड़ी भी दुकान तो खरीदो ब्रांड दी एक काम कर सकते हो उनदे च अगर बार्गेनिंग करनी है रेट तो सोने का ऑल ओवर इंडिया एक ही होएगा। मेकिंग चार्जेज 1% 2% 5% तक बार्गेनिंग हो सकती है। 10 ਤੋਂ 15% ਇਹ ਕਰੀਏ ਇਹ ਫਿਰ ਮੇਕਿੰਗ ਚਾਰਜ ਦੇ ਵਿੱਚ ਕਮਾਈ। ਹਾਂਜੀ ਹਾਂਜੀ 20 ਤੋਂ 30% ਮੇਕਿੰਗ ਚਾਰਜ ਲੱਗਦਾ ਹੈ ਉੱਥੇ। ਸਾਡੇ ਇੱਥੇ 10% ਤੋਂ ਸਟਾਰਟ ਹੋ ਕੇ 15-16% ਤੱਕ ਜਾਂਦਾ ਹੈ। ਅਸੀਂ ਬਹੁਤ ਘੱਟ ਮੇਕਿੰਗ ਚਾਰਜ ਤੇ ਆਪਦੀ ज्वेलरी सारी उपलब्ध करा रहे हैं, हॉलमार्क ज्वेलरी उपलब्ध करा रहे हैं कि सोना अगर किसी ने खरीदना है तो बिल्कुल हॉलमार्क रजिस्टर्ड शॉप तो खरीदे, बिना रजिस्टर्ड शॉप तो सोना बिल्कुल ना खरीदे। ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ। ਪਿਆਰੇ ਦਰਸ਼ਕੋ ਇਹ ਵੀਡੀਓ ਤੁਹਾਡੇ ਲਈ ਵੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਇੱਕ ज्वैलरी शॉप ਤੇ ਹੰਗਾਮਾ ਹੋਇਆ ਤੇ ਐਸੀ ਪੰਚਾਇਤ ਹੋਈ ਹੈ ਕਿ ਪਰਿਵਾਰ ਨੇ ਲਿਆ ਸੀ ਸੋਨਾ, ਲੇਕਿਨ ਕੁਝ ਸਾਲਾਂ ਬਾਅਦ ਜਦੋਂ ਸ਼ਾਪ ਤੇ ਗਿਆ ਤੇ ਜਿਹੜਾ ज्वैलरी शॉप ਵਾਲਾ ਹੈ ਉਹ ਕਹਿੰਦਾ ਸੀ ਕਿ ਇਹ 60 ਜਾਂ 65% ਤੋਂ ਜ਼ਿਆਦਾ ਵਾਪਸੀ ਨਹੀਂ ਹੋਣੀ ਤੇ ਜਿਸ ਪਰਿਵਾਰ ਨੇ ਉਹ ਸੋਨਾ ਲਿਆ ਸੀ ਉਹ ਕਹਿੰਦਾ ਹੈ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਤੁਹਾਡੀ ਜਿਹੜੀ ਵਾਪਸੀ ਹੈ 90% ਦੇ ਕਰੀਬ ਹੋਏਗੀ, ਲੇਕਿਨ ਉਹਦੀ ਜਦੋਂ ਪੰਚਾਇਤ ਹੁੰਦੀ ਹੈ ਤੇ ਉਹ ਜਿਹੜਾ ਪੀੜਿਤ ਪਰਿਵਾਰ ਹੈ ਉਹਨੂੰ ਜਿਹੜਾ ਹੈ 65 ਜਾਂ 70% ਤੋਂ ਜ਼ਿਆਦਾ ਨਹੀਂ ਮਿਲਦੇ ਤੇ ਕਿਤੇ ਨਾ ਕਿਤੇ ਇੰਨੇ ਸਾਲਾਂ ਬਾਅਦ ਉਹ ਠੱਗਿਆ ਜਾਂ ਮਹਿਸੂਸ ਕਰਦਾ ਹੈ। ਤੁਹਾਡੇ ਨਾਲ ਇਸ ਸੋਨੇ ਦੇ ਵਿੱਚ ਠੱਗੀ ਨਾ ਹੋਏ ਇਹ ਪੂਰੀ ਵੀਡੀਓ ਪੂਰੀ ਵੇਖਣੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸੋਨਾ ਇੱਕ ਐਸੀ ਚੀਜ਼ ਹੈ ਜਦੋਂ ਅਸੀਂ ਸੋਨਾ ਦਿੰਦੇ ਹਾਂ ਆਪਣੀ ਧੀਆਂ ਭੈਣਾਂ ਦੇ ਵਿਆਹ ਤੇ ਜਾਂ ਹੋਰ ਕਿਸੇ ਸ਼ੁਭ ਮੌਕੇ ਸੋਨਾ ਜਦੋਂ ਖਰੀਦਦੇ ਹਾਂ ਤੇ ਇਹ ਸਾਨੂੰ ਉਮੀਦ ਹੁੰਦੀ ਹੈ ਕਿ ਇਹ ਸੋਨਾ ਜਿਹੜਾ ਹੈ ਇਹ ਔਖੇ ਵੇਲੇ ਸਾਡੇ ਕੰਮ ਆਏਗਾ ਕਿਉਂਕਿ ਸੋਨਾ ਇੱਕ ਐਸੀ ਚੀਜ਼ ਹੈ ਇਹਦਾ ਜਿਹੜਾ ਰੇਟ ਹੈ ਉਹ ਹਮੇਸ਼ਾ ਇਤਿਹਾਸ ਇਹ ਰਿਹਾ ਹੈ ਕਿ ਉਹ ਵੱਧਦਾ ਰਹਿੰਦਾ ਹੈ, ਭਾਵੇਂ ਥੋੜਾ ਜਿਹਾ ਘਟਦਾ ਹੈ ਲੇਕਿਨ ਫਿਰ ਵੱਧ ਜਾਂਦਾ ਹੈ। ਲੇਕਿਨ ਜੇ ਸੋਨਾ ਪਿਓਰ ਨਾ ਹੋਏ ਤੇ ਫਾਇਦਾ ਹੋਣ ਦੀ ਬਜਾਏ ਹੋ ਜਾਂਦਾ ਹੈ ਨੁਕਸਾਨ। ਸੋ ਸੋਨਾ ਖਰੀਦਣ ਸਮੇਂ ਤੁਹਾਨੂੰ ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਦੁਕਾਨਾਂ ਤੋਂ ਲੈਣਾ ਚਾਹੀਦਾ ਹੈ, ਇਹ ਸਾਰੇ ਸਵਾਲ ਜਵਾਬ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਗਦਰਪੁਰ ਦੀ ਸਭ ਤੋਂ ਪੁਰਾਣੀ ਜਿਹੜੀ ਸ਼ਾਪ ਹੈ ਸਰਾਫਾ ਵਪਾਰ ਦੀ ਸ਼੍ਰੀ ਗੁਰੂ ਜੁਐਲਰ ਉਸੇ ਤੇ ਪਹੁੰਚਿਆ ਤੇ ਉਹਦੇ ਓਨਰ ਮੇਰੇ ਨਾਲ ਜੁੜੇ ਹੋਏ ਨੇ ਅਭਿਸ਼ੇਕ ਵਰਮਾ ਜੀ, ਸਰਾਫਾ ਐਸੋਸੀਏਸ਼ਨ ਦੇ ਅਧਿਕਸ਼ ਵੀ ਹੈਗੇ ਆ। ਸਭ ਤੋਂ ਪਹਿਲਾਂ ਵਰਮਾ ਜੀ ਦਾ ਸਵਾਗਤ ਕਰਦੇ ਹਾਂ। ਅਭਿਸ਼ੇਕ ਵਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। बहुत बहुत धन्यवाद जी, बहुत बहुत धन्यवाद। ਅਭਿਸ਼ੇਕ ਜੀ ਅਸੀਂ ਅੱਜ ਇਹ ਜਿਹੜੀ ਪੰਚਾਇਤ ਹੋਈ ਹੈ ਪਰਿਵਾਰ ਜਦੋਂ ਠੱਗਿਆ ਗਿਆ ਸੋ ਅਸੀਂ ਮਜਬੂਰ ਹੋਏ ਕਿ ਆਮ ਲੋਕ ਹੋਰ ਕੋਈ ਬੰਦਾ ਇਹਦੇ ਵਿੱਚ ਨਾ ਠੱਗਿਆ ਜਾਏ ਤੇ ਸੋਨਾ ਜਦੋਂ ਕਿਸੇ ਨੇ ਖਰੀਦਣਾ ਹੈ ਤੇ ਮਤਲਬ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ਜਿਹਦੇ ਨਾਲ ਉਹ ਜਦੋਂ ਮੰਨ ਲਓ ਧੀ ਭੈਣ ਨੂੰ ਕਿਤੇ ਸੋਨਾ ਤਾਂ ਪਰਿਵਾਰ ਨੂੰ ਜਦੋਂ ਵੇਚਣਾ ਹੋਏ ਤੇ ਉਹਨੂੰ ਨੁਕਸਾਨ ਨਾ ਹੋਏ। देखो जी सब तो पहले तो मैं ओपन एक गल दसना कि सोना अगर किसी ने खरीदना है तो बिल्कुल हॉलमार्क रजिस्टर्ड शॉप तो खरीदे, बिना रजिस्टर्ड शॉप तो सोना बिल्कुल ना खरीदे। सब तो पहली गल ये गट बंद ले इस गल नूं कि हॉलमार्क BIS तो अप्रूव शॉप होनी चाहिए, रजिस्टर्ड होनी चाहिए। ਅੱਛਾ ਅਗਰ ਉਸ ਪਰਿਵਾਰ ਨੇ ਜਿਹੜੀ ਆ ਪੰਚਾਇਤ ਹੋਈ ਅਗਰ ਹੌਲਮਾਰਕ ਵਾਲਾ ਸੋਨਾ ਹੁੰਦਾ ਤਾਂ ਇਹਨਾਂ ਨੁਕਸਾਨ ਨਹੀਂ ਸੀ ਹੋਣਾ। आज ये नौबत नहीं आनी सी, इन्ना नुकसान बिल्कुल नहीं होंदा, उनकी हॉलमार्क की पूरी वापसी होंदी। ਸੋ ਪਿਆਰੇ ਦਰਸ਼ਕੋ ਇੱਕ ਗੱਲ ਜਿਹੜੀ ਤੁਸੀਂ ਪੱਲੇ ਬਣ ਕੇ ਰੱਖ ਲਓ, ਭਾਈ ਸਾਹਿਬ ਨੇ ਦੱਸਿਆ ਕਿ ਸੋਨਾ ਜੇ ਤੁਸੀਂ ਖਰੀਦਣਾ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ
ਠੱਗੀ ਨਾ ਹੋਏ ਤੇ ਬਿਨਾਂ ਹਾਲਮਾਰਕ ਵਾਲੀ ਸ਼ਾਪ ਤੋਂ ਸੋਨਾ ਨਹੀਂ ਖਰੀਦਣਾ, ਇਹ ਸਭ ਤੋਂ ਪਹਿਲੀ। ਬਿਲਕੁਲ ਜੀ, ਸਭ ਤੋਂ ਪਹਿਲੀ ਗੱਲ ਹਾਲਮਾਰਕ ਰਜਿਸਟਰਡ ਸ਼ੋਪ ਤੋਂ ਹੀ ਹਾਲਮਾਰਕ ਦਾ ਸੋਨਾ ਖਰੀਦੀਏ, ਹਾਲਮਾਰਕ ਦਾ ਜੀ। ਉਸ ਤੋਂ ਬਾਅਦ ਹੋਰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ? ਹੋਰ ਸਾਵਧਾਨੀ ਇਹ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲੀ ਗੱਲ GST ਦਾ ਬਿੱਲ ਜ਼ਰੂਰ ਨਾਲ ਹੋਣਾ ਚਾਹੀਦਾ ਹੈ ਸੋਨੇ 'ਚ। ਇੱਕ ਤਾਂ ਹਾਲਮਾਰਕ ਪਾਸ ਸੋਨਾ ਹੋਣਾ ਚਾਹੀਦਾ, ਕੋਈ ਵੀ ਜੇਵਰ ਉਹਦੇ ਉੱਤੇ ਪਰਸੈਂਟੇਜ ਲਿਖੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ BIS ਤੋਂ ਪਾਸ ਹੋਏਗਾ। ਉਸ ਤੋਂ ਬਾਅਦ GST ਦਾ ਬਿੱਲ ਕਈ ਲੋਕ ਕੀ ਕਰਦੇ ਨੇ 3% GST ਬਚਾਉਣ ਦੇ ਚੱਕਰ ਵਿੱਚ ਕੁਝ ਦੁਕਾਨਦਾਰ ਕੁਝ ਗ੍ਰਾਹਕ ਬਾਅਦ ਵਿੱਚ ਆਪਦਾ ਗ੍ਰਾਹਕ ਬਹੁਤ ਬੜਾ ਨੁਕਸਾਨ ਕਰ ਲੈਂਦਾ ਹੈ, 10 ਤੋਂ 20% ਦਾ ਨੁਕਸਾਨ ਕਰ ਸਕਦਾ। ਬਿਲਕੁਲ ਜੀ। ਇੱਕ ਦੂਜੀ ਗੱਲ ਜਿਹੜੀ ਭਾਈ ਸਾਹਿਬ ਦੱਸੀ ਹੈ ਉਹ ਵੀ ਤੁਸੀਂ ਪੱਲੇ ਬੰਨ੍ਹਣੀ ਕਿ GST ਬਿੱਲ ਜ਼ਰੂਰ ਲੈਣਾ ਹੈ। ਹਾਂਜੀ, 3% GST ਲੱਗੇਗੀ 골ਡ ਦੇ ਉੱਤੇ। GST ਬਿੱਲ ਜ਼ਰੂਰ ਲਵੋ। ਜਿਹੜਾ ਵੀ ਦੁਕਾਨਦਾਰ ਤੁਹਾਨੂੰ ਥੋੜੀ ਜੀ ਆਨਾਕਾਨੀ ਕਰਦਾ ਹੈ, GST ਬਿੱਲ ਦਿੰਦਾ ਨਹੀਂ, ਉਹਦੇ ਤੋਂ ਤੁਰੰਤ ਉੱਠ ਜਾਓ। ਉਸ ਦੁਕਾਨ ਤੋਂ ਬਿਲਕੁਲ ਸੋਨਾ ਨਾ ਖਰੀਦੋ। ਭਲੇ ਸਾਡੀ ਦੁਕਾਨ ਤੋਂ ਨਾ ਖਰੀਦੋ ਜਾਂ ਖਰੀਦੋ, लेकिन किसी भी दुकान तो जितों सोना खरीदना है, जहाँ से भी सोना खरीदना है, हॉलमार्क सोना खरीदा जाए और GST का बिल साथ में होना चाहिए। ਸੋਨੇ ਤੇ GST ਹੈ ਕਿੰਨੀ? 3% GST। ਯਾਨੀ ਕਿ ਅਗਰ 1 ਲੱਖ ਦਾ ਅਸੀਂ ਸੋਨਾ ਖਰੀਦਦੇ ਆ ਤੇ 1 ਲੱਖ 3000 रुपए। ਲੇਕਿਨ ਇਹ ਹੈ ਕਿ ਸੰਤੁਸ਼ਟ ਹੋ ਕੇ ਆਪਾਂ ਜਾ ਸਕਦੇ ਹਾਂ। ਬਿਲਕੁਲ ਸੰਤੁਸ਼ਟ। ਉਹਨੂੰ ਭਲੇ 10 ਸਾਲ ਬਾਅਦ ਵੇਚੋ ਜਾਂ 5 ਸਾਲ ਬਾਅਦ, ਭਲੇ 20 ਸਾਲ ਬਾਅਦ, ਉਹ ਬਿੱਲ ਤੁਹਾਡੇ ਕੋਲ ਹੋਏਗਾ ਔਰ ਤੇ ਦੁਕਾਨਦਾਰ ਦੇ ਕੋਲ ਵੀ ਉਹਦਾ ਪ੍ਰੂਫ ਹੋਏਗਾ। ਅੱਛਾ, ਇਸ ਤੋਂ ਇਲਾਵਾ ਹੋਰ ਕੀ ਸਾਵਧਾਨੀ ਵਰਤਣੀ ਚਾਹੀਦੀ ਸੋਨਾ ਜੀ? ਸਾਵਧਾਨੀ ਇਹ ਵਰਤਣੀ ਚਾਹੀਦੀ ਹੈ ਕਿ 23 ਕੈਰਟ ਨਾਮ ਦਾ ਕੋਈ ਸੋਨਾ ਨਹੀਂ ਹੁੰਦਾ, ਕੋਈ ਵੀ ਸਰਕਾਰ ਤੋਂ ਪਾਸ ਨਹੀਂ ਹੈ। ਸਿਰਫ ਜਿਹੜਾ ਪਹਿਲਾਂ ਅਸੀਂ ਵੇ ਸੁਣਦੇ ਆਏ ਅੱਜ ਤੱਕ ਵੀ ਇਹ 22 ਕੈਰਟ ਹੈ, 23 ਕੈਰਟ ਹੈ, 24 ਕੈਰਟ, ਕੀ ਫਿਰ ਲੋਕੀ ਨੂੰ ਪਾਗਲ ਬਣਾਉਂਦੇ ਸੀ? ਬਿਲਕੁਲ ਜੀ ਗਲਤ ਸੀ, ਬਿਲਕੁਲ ਗਲਤ ਸੀ। ਉਹਦੇ 'ਚ ਇੰਨੇ ਸਾਲਾਂ ਲੋਕੀ ਨੂੰ ਕਿ ਫਿਰ ਇਹ ਜਵੈਲਰੀ ਵਾਲੇ ਕੀ ਪਾਗਲ ਬਣਾਉਂਦੇ ਆ ਰਹੇ ਸੀ? ਪਾਗਲ ਨਹੀਂ ਬਣਾਉਂਦੇ ਆ ਰਹੇ ਸੀ, ਗ੍ਰਾਹਕ ਨੂੰ ਆਦਤ ਸੀ ਕਿ ਬਣਾਈ ਉੱਤੇ ਨਹੀਂ ਦੇਣੀ। ਅੱਛਾ। ਤੇ ਪੂਰਾ ਰੇਟ ਲਾ ਕੇ 85% ਵਾਲਾ ਸੋਨਾ ਸਭ ਸੁਨਾਰ ਵੇਚਦੇ ਸੀ, ਸਾਰੇ ਸੁਨਾਰ ਜਿੰਨੇ ਵੀ ਹਨ। ਤੇ ਉਸ ਤੋਂ ਬਾਅਦ ਕੰਪੀਟੀਸ਼ਨ ਵੱਧਦਾ ਗਿਆ, ਡਿਜ਼ਾਈਨਿੰਗ ਨਵੀਂ ਤੋਂ ਨਵੀਂ ਆਂਦੀ ਗਈ ਤੇ ਉਹਦੇ 'ਚ ਕੀ ਹੋਇਆ 85% ਦੀ ਜਗ੍ਹਾ 80% ਤੇ ਆ ਗਈ ਉਹਦੀ ਪਰਸੈਂਟੇਜ ਕਿਸੇ ਵੀ ਜੇਵਰ ਦੀ। ਫਿਰ ਇਵੇਂ ਧੀਰੇ ਕਰਦੇ ਕੰਪੀਟੀਸ਼ਨ ਦੇ ਨਾਲ ਉਹ 75 ਤੇ ਪਹੁੰਚ ਗਈ, ਫਿਰ 70% ਤੇ ਅੱਜ ਇਹਦੇ ਯੂਪੀ ਦੇ ਇਲਾਕੇ ਚਲੇ ਜਾਓ, ਰਾਮਪੁਰ ਸਾਡੇ ਨਾਲ ਹੀ ਪੈਂਦਾ ਹੈ, ਉਸ ਏਰੀਏ 'ਚ 60% ਤੱਕ ਸੋਨਾ ਮਿਲਦਾ ਪਿਓਰਟੀ ਦਾ। ਅੱਛਾ, 60% ਦੀ ਪਿਓਰਟੀ। ਉਹ ਫਿਰ ਵੇਚ ਕਿਵੇਂ ਰਹੇ ਨੇ? ਉਹ 40000 ਰੇਟ ਤੇ 35000 ਰੇਟ ਤੇ 38000 ਰੇਟ ਤੇ ਫਿਰ ਸਿੱਧਾ ਗਾਹਕ ਨੂੰ ਬਾਅਦ ਨੁਕਸਾਨ ਨਹੀਂ ਹੈ? ਬਾਅਦ ਵਿੱਚ ਨੁਕਸਾਨ ਹੈ, ਗ੍ਰਾਹਕ ਸਮਝਦਾ ਨਹੀਂ, ਸਸਤੇ ਦੇ ਚੱਕਰ 'ਚ ਉੱਥੋਂ ਲੈ ਆਉਂਦਾ ਹੈ ਜਾਂ ਉੱਥੇ ਦੇ ਗ੍ਰਾਹਕ ਖਰੀਦਦੇ ਨੇ। ਲੇਕਿਨ ਕੁਝ ਗ੍ਰਾਹਕ ਉੱਥੋਂ ਦੇ ਵੀ ਜਾਗਰੂਕ ਹੋ ਗਏ ਨੇ ਜਿਹੜਾ ਹਾਲਮਾਰਕ ਹੀ ਸੋਨਾ। ਅੱਛਾ, ਇਹ ਹੁਣ ਵਧੀਆ ਗੱਲ ਨਹੀਂ ਹੋਈ ਕਿ ਹਾਲਮਾਰਕ ਜ਼ਰੂਰੀ ਕਰ ਦਿੱਤਾ ਹੈ? ਇਹਦੇ 'ਚ ਮੈਂ ਸਰਕਾਰ ਦਾ, ਕੇਂਦਰ ਸਰਕਾਰ ਦਾ ਤੇ ਰਾਜ ਸਰਕਾਰ ਦਾ ਬਹੁਤ ਧੰਨਵਾਦ ਕਰਨਾ, ਜਿਨ੍ਹਾਂ ਨੇ ਮਜ਼ਦੂਰਾਂ ਵਾਸਤੇ, ਸਾਰਿਆਂ ਵਾਸਤੇ, ਛੋਟਾ ਵਰਗ ਹੋਵੇ, ਮੱਧਮ ਵਰਗ ਹੋਵੇ, ਵੱਡਾ ਵਰਗ ਹੋਵੇ, ਸਾਰਿਆਂ ਵਾਸਤੇ ਹਾਲਮਾਰਕ ਜ਼ਰੂਰੀ ਕਰ ਦਿੱਤਾ ਹੈ ਕਿ ਬਿਨਾਂ ਹਾਲਮਾਰਕ ਤੇ ਜੇਵਰ ਨਹੀਂ ਵਿਕੇਗਾ। ਇੱਕ ਚੀਜ਼ ਹੋਰ, ਤੁਸੀਂ ਕਹਿੰਦੇ ਹੋ ਕਿ ਸਰਕਾਰਾਂ ਨੇ ਜ਼ਰੂਰੀ ਕਰਤਾ ਹੈ ਤੇ ਅਜੇ ਵੀ ਜੇ ਸਾਨੂੰ ਲੱਗਦਾ ਹੈ ਕਿ ਮੇਰੇ ਖਿਆਲ ਨਾਲ ਸਾਡੇ ਇਲਾਕੇ 'ਚ ਲਈਏ ਕਿ ਕਈ ਦੁਕਾਨਾਂ ਇਸ ਤਰ੍ਹਾਂ ਕਿ ਬਿਨਾਂ ਹਾਲਮਾਰਕ ਤੋਂ ਮਾਲ ਵੇਚਦੇ, ਕਿਉਂ ਫਿਰ ਇਲੀਗਲ ਕੰਮ? ਹਾਂਜੀ ਉਹਦੇ 'ਚ ਕਾਰਵਾਈ ਚੱਲ ਰਹੀ ਹੈ। BIS ਵਾਲੇ ਆਏ ਸੀ ਪਿਛਲੇ ਕੁਝ ਦਿਨ, ਜਿੰਨੀ ਵੀ ਹੁਣੇ ਤੁਹਾਡੇ ਗਦਰਪੁਰ ਵਿੱਚ ਵੀ ਬਿਨਾਂ ਹਾਲਮਾਰਕ ਤੋਂ ਕਈ ਜਣੇ ਜਵੈਲਰੀ। ਹਾਂਜੀ ਤੁਸੀਂ ਸਰਾਫਾ ਐਸੋਸੀਏਸ਼ਨ ਦੇ ਅਧਿਕਸ਼ ਹੈਗੇ ਹੋ ਤੇ ਫਿਰ ਤੁਹਾਡੇ ਵੱਲੋਂ ਫਿਰ ਐਸਾ ਹੈ ਨਾ, ਸਾਰਿਆਂ ਨੂੰ ਕਹਿ ਦਿੱਤਾ ਗਿਆ, BIS ਵਾਲੇ ਆਏ ਸੀ ਇੱਥੋਂ ਗਦਰਪੁਰ ਦੇ ਏਰੀਆ ਨੂੰ, ਮੈਂ ਕਹਿ ਦਿੱਤਾ ਹੈ ਸਾਰੇ ਜਵੈਲਰਸ ਨੂੰ ਕਿ ਲਾਇਸੈਂਸ ਆਪਣਾ ਅਪਲਾਈ ਕਰ ਦਿਓ। ਕਈ ਲੋਕਾਂ ਨੇ ਅਪਲਾਈ ਕਰ ਦਿੱਤਾ ਹੈ। ਜਿਹੜਾ ਲਾਇਸੈਂਸ ਅਪਲਾਈ ਜਿਹੜਾ ਨਹੀਂ ਲਏਗਾ BIS ਤੋਂ ਲਾਇਸੈਂਸ, ਉਹ ਜਵੈਲਰੀ ਨਹੀਂ ਵੇਚ ਪਾਏਗਾ। ਇਹ ਬਹੁਤ ਵਧੀਆ ਸਟੈਪ ਹੈ। ਹਾਂਜੀ ਇਹ ਬਹੁਤ ਵਧੀਆ ਕੰਮ ਹੈ। ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਕਿ ਹੋਰ ਜਾਣਕਾਰੀ ਸਾਡੇ ਗਾਹਕਾਂ ਨੂੰ ਤੁਸੀਂ ਦੇਣਾ ਚਾਹੋਗੇ ਕਿ ਸੋਨੇ ਦੇ ਵਿੱਚ ਮੰਨ ਲਓ ਉਹ ਠੱਗਿਆ ਜਾਂ ਮਹਿਸੂਸ ਨਾ ਕਰੇ, ਕਿਉਂਕਿ ਬਾਅਦ ਨੂੰ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ। ਜਿਵੇਂ ਅੱਜ ਕੱਲ੍ਹ ਜਿਵੇਂ ਵੱਡੇ ਬ੍ਰਾਂਡ ਅੱਜ ਕੱਲ੍ਹ ਖੁੱਲ੍ਹ ਚੁੱਕੇ ਨੇ, ਉਹਨਾਂ ਦੇ ਵਿੱਚ ਬਈ ਲੋਕੀ ਉੱਥੇ ਉਹਨੂੰ ਛੱਡ ਕੇ ਤੁਹਾਡੇ ਕੋਲ ਕਿਉਂ ਆਉਣ? ਬਈ ਵੱਡੇ ਬ੍ਰਾਂਡ ਜਿਵੇਂ 100 ਕਾਰਡ ਰੁਦਰਪੁਰ ਵੀ ਆਪਾਂ ਦੇਖਿਆ ਖੁੱਲ੍ਹੇ ਹੋਏ ਆ। ਐਸਾ ਹੈ ਜੀ, ਸਭ ਤੋਂ ਵੱਡੀ ਗੱਲ ਹੈ ਬ੍ਰਾਂਡ ਦਾ। ਤੁਸੀਂ ਹਾਲਮਾਰਕ ਦਾ ਸੋਨਾ ਖਰੀਦੋ, ਕਿਹੜੀ ਵੀ ਦੁਕਾਨ ਤੋਂ ਖਰੀਦੋ, ਬ੍ਰਾਂਡ ਦੀ ਇੱਕ ਕੰਮ ਕਰ ਸਕਦੇ ਹੋ, ਉਹਦੇ 'ਚ ਅਗਰ ਬਾਰਗਨਿੰਗ ਕਰਨੀ ਹੈ, ਰੇਟ ਤਾਂ ਸੋਨੇ ਦਾ ਆਲ ਓਵਰ ਇੰਡੀਆ ਇੱਕ ਹੀ ਹੋਏਗਾ, ਮੇਕਿੰਗ ਚਾਰजेस 1%, 2%, 5% ਤੱਕ ਬਾਰਗਨਿੰਗ ਹੋ ਸਕਦੀ। ਮੇਕਿੰਗ ਚਾਰਜ ਜਿਹੜੇ ਵੱਡੇ ਬ੍ਰਾਂਡ ਨੇ ਤੇ ਤੁਹਾਡੇ ਜਿਹੜੇ ਬ੍ਰਾਂਡ ਨੇ ਉਹਦੇ 'ਚ ਕਿੰਨਾ ਡਿਫਰੈਂਸ ਹੁੰਦਾ? ਤੁਸੀਂ ਮੇਕਿੰਗ ਚਾਰਜ ਕਿੰਨੀ? ਲਗਭਗ 10 ਤੋਂ 15% ਦਾ ਡਿਫਰੈਂਸ ਮਿਲੇਗਾ ਸਾਡੇ ਦੁਕਾਨਦਾਰਾਂ 'ਚ ਤੇ ਬ੍ਰਾਂਡ ਦੇ ਦੋ। ਅੱਛਾ, ਬ੍ਰਾਂਡ 'ਚ 10 ਤੋਂ 15% ਇਹ ਕਰੀਏ ਇਹ ਫਿਰ ਮੇਕਿੰਗ ਚਾਰਜ ਦੇ ਵਿੱਚ ਕਮਾਈ? ਹਾਂਜੀ 20 ਤੋਂ 30% ਮੇਕਿੰਗ ਚਾਰਜ ਲੱਗਦਾ ਹੈ ਉੱਥੇ। ਸਾਡੇ ਇੱਥੇ 10% ਤੋਂ ਸਟਾਰਟ ਹੋ ਕੇ 15-16% ਤੱਕ ਜਾਂਦਾ ਹੈ। ਅਸੀਂ ਬਹੁਤ ਘੱਟ ਮੇਕਿੰਗ ਚਾਰਜ ਤੇ ਆਪਦੀ ਜਵੈਲਰੀ ਸਾਰੀ ਉਪਲਬਧ ਕਰਾ ਰਹੇ ਹਾਂ, ਹਾਲਮਾਰਕ ਜਵੈਲਰੀ ਉਪਲਬਧ ਕਰਾ ਰਹੇ ਹਾਂ
ਤੁਹਾਡੇ ਕੋਲ ਹੁਣ ਬਿਨਾ ਹਾਲਮਾਰਕ ਤੁਸੀਂ ਜਵੈਲਰੀ हाँ जी पूरी दुकान GST ਦੇ ਸਾਰਾ bill GST ਬਿੱਲ ਦੇ ਨਾਲ ਪੱਕੇ ਬਿੱਲ ਦੇ ਨਾਲ ਜਵੈਲਰੀ ਹੋਏਗੀ ਤੇ ਪੂਰੀ ਹਾਲਮਾਰਕ ਜਵੈਲਰੀ ਮਿਲੇਗੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਜੁੜੇ ਹੋਏ ਗਦਰਪੁਰ ਸਰਾਫਾ ਐਸੋਸੀਏਸ਼ਨ ਦੇ ਅਧਿਕਸ਼। ਗਦਰਪੁਰ ਦੀ ਸਭ ਤੋਂ ਜਿਹੜੀ ਪੁਰਾਣੀ ਸ਼ਾਪ ਹੈ ਸ਼੍ਰੀ ਗੁਰੂ ਜਵੈਲਰ ਦੇ ਜਿਹੜੇ ਓਨਰ ਨੇ ਅਭਿਸ਼ੇਕ ਵਰਮਾ ਜੀ, ਜਿਨ੍ਹਾਂ ਨੇ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ, ਕਿਉਂਕਿ ਸਾਨੂੰ ਲੱਗਿਆ ਕਿ ਸੋਨਾ ਇੱਕ ਬਹੁਤ ਜ਼ਰੂਰੀ ਚੀਜ਼ ਹੈ। ਹਰ ਪਰਿਵਾਰ ਦੇ ਵਿੱਚ ਹਰ ਧਰਮ ਦਾ ਬੰਦਾ, ਹਰ ਵਰਗ ਦਾ ਬੰਦਾ ਸ਼ੁਭ ਮੌਕੇ ਤੇ ਸੋਨਾ ਇਸ ਆਸ ਨੂੰ ਲੈ ਕੇ ਖਰੀਦਦਾ ਹੈ ਕਿ ਔਖੇ ਵੇਲੇ ਉਹ ਸੋਨੇ ਨੂੰ ਵੇਚ ਕੇ ਜਿਹੜਾ ਔਖਾ ਸਮਾਂ ਉਹ ਕਿਸੇ ਤਰ੍ਹਾਂ ਪਾਸ ਕਰੇ। ਲੇਕਿਨ ਉਦੋਂ ਠੱਗਿਆ ਜਾਂ ਮਹਿਸੂਸ ਕਰਦਾ ਹੈ ਕਿ ਜਦੋਂ ਸੋਨਾ ਖਰੀਦਣ ਵੇਲੇ ਕੁਝ ਸਾਵਧਾਨੀ ਨਹੀਂ ਵਰਤਦਾ। ਸੋ ਅਭਿਸ਼ੇਕ ਵਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅਹਿਮ ਜਾਣਕਾਰੀ ਦਿੱਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਦੇ ਨਾਲ ਇਸੇ ਹੀ ਟੌਪਿਕ ਤੋਂ ਰਿਲੇਟਡ ਕੋਈ ਆਪਾਂ ਜਾਣਕਾਰੀ ਲਵਾਂਗੇ। ਵਰਮਾ ਜੀ ਦਾ ਧੰਨਵਾਦ ਕਰਦੇ ਹਾਂ ਤੇ ਹੋਰ ਕਿਸੇ ਖਬਰ ਦੇ ਬਾਕੀ ਸਾਰੀ ਖਬਰਾਂ ਤੁਸੀਂ ਜੁੜੇ ਰਹੋ ਸਿੱਖ ਸੰਗਤ ਨਿਊਜ਼ ਦੇ ਨਾਲ। ਧੰਨਵਾਦ ਜੀ। धन्यवाद जी, बहुत बहुत धन्यवाद।